ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਬਚਨ ਹੈ, ਜਿਸ ਦੀ ਆਪਾਂ ਵਿਚਾਰ ਕਰਾਂਗੇ, ਅਸੰਖ ਕੂੜਿਆਰ ਕੂੜੇ ਫਿਰਾਏ। ਪਾਤਸ਼ਾਹ ਕਹਿੰਦੇ ਅਸੰਖਾਂ ਹੀ ਕੂੜਿਆਰ ਹਨ, ਭਾਵ ਝੂਠੇ ਹਨ। ਜਿਵੇਂ ਗੁਰਬਾਣੀ ਦੀ ਸ਼ੁਰੂਆਤ ਦੇ ਅੰਦਰ ਵੀ ਇਹ ਵਚਨ ਆਇਆ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਕਿ ਜਿਹੜੀ ਕੂੜ ਦੀ ਪਾਲ ਹੈ, ਭਰਮ ਹੈ, ਜਿਹੜਾ ਭਰਮ ਦੀ ਕੰਧ ਸਾਡੇ ਅੱਗੇ ਖੜੀ ਹੈ, ਕਿਵੇਂ ਖਤਮ ਹੋ ਸਕਦੀ ਹੈ। ਤੇ ਪਾਤਸ਼ਾਹ ਦੱਸਦੇ ਹਨ ਕਿ ਅਸੰਖਾਂ ਹੀ ਜੀਵ ਹਨ ਇਸ ਭਵ ਸਾਗਰ ਦੇ ਅੰਦਰ, ਜਿਨ੍ਹਾਂ ਨੂੰ ਭਰਮ ਰੂਪੀ ਕੰਧ ਨੇ ਉੜਿੱਕਾ ਲਾਇਆ ਹੋਇਆ। ਸੋ ਅਸੰਖਾਂ ਹੀ ਹਨ ਜਿਹੜੇ ਝੂਠੇ ਹਨ। ਪਾਤਸ਼ਾਹ ਕਹਿੰਦੇ ਝੂਠੀ ਮਾਇਆ ਆਪ ਬੰਧਾਇਆ। ਆਪ ਜੀਵ ਹੈ ਜਿਹੜਾ, ਇਹ ਸਤ ਸਰੂਪ ਹੈ, ਸੱਚਾ ਹੈ, ਪਰ ਝੂਠੀ ਮਾਇਆ ਦੇ ਨਾਲ ਇਹਨੇ ਆਪਣਾ ਆਪਾ ਬੰਨ੍ਹ ਲਿਆ। ਭਾਵ ਕਿ ਝੂਠੀ ਮਾਇਆ ਨੂੰ ਆਪਣਾ ਆਪਾ ਮੰਨ ਲਿਆ। ਹੈ ਨਹੀਂ, ਇਹ ਹੈ ਸਤ ਸਰੂਪ, ਪਰ ਮੰਨੀ ਆਪਣੇ ਆਪ ਨੂੰ ਝੂਠ ਸਰੂਪ ਬੈਠਾ ਹੈ। ਮੰਨਣ ਤੇ ਹੀ ਗੱਲ ਖੜੀ ਹੈ। ਜਿੱਦਣ ਇਹਨੇ ਸਵੈਮ ਆਪਣੇ ਆਪ ਨੂੰ ਮੰਨ ਲਿਆ ਵੀ ਮੈਂ ਤਾਂ ਸਤ ਸਰੂਪ ਹੈ, ਮੈਂ ਝੂਠਾ ਥੋੜ੍ਹਾ, ਉਦੋਂ ਇਹਨੇ ਇਸ ਭਵ ਸਾਗਰ ਚੋਂ ਬਾਹਰ ਨਿਕਲ ਜਾਂਦਾ। ਪਰ ਜਿੰਨਾ ਚਿਰ ਇਹ ਭਵ ਸਾਗਰ ਦੇ ਅੰਦਰ ਬੈਠਾ, ਮੰਨੀ ਬੈਠਾ ਵੀ ਇਹ ਸੱਚ ਹੈ, ਉਹਨਾਂ ਚਿਰ ਫਿਰ ਇੱਥੇ ਹੀ ਰਹੂਗਾ। ਸੋ ਪਾਤਸ਼ਾਹ ਕਹਿੰਦੇ ਬਸ ਮਾਇਆ ਵਿੱਚ ਬੰਨੇ ਫਿਰਦੇ ਹਨ, ਛੁੱਟਣ ਦਾ ਕੋਈ ਪਤਾ ਹੀ ਨਹੀਂ। ਬਸ ਇਸ ਭਵ ਸਾਗਰ ਦੇ ਅੰਦਰ ਜੀ ਲੱਗਿਆ ਹੋਇਆ। ਮਾਇਆ ਦੇ ਅੰਦਰ ਬੜੇ ਰੰਗ ਪਰੰਗ ਨੇ, ਤਮਾਸ਼ੇ ਹੈ, ਉਹਨਾਂ ਨੂੰ ਖੇਡਦਾ, ਖੁਸ਼ ਹੁੰਦਾ। ਸੋ ਸੰਸਾਰ ਵਿੱਚ ਠੱਗਣ ਲਈ ਇਹ ਧਾਰਮਿਕ ਆਗੂ ਨੇ, ਜਿਹੜੇ ਸੰਸਾਰੀ ਧਾਰਮਿਕ ਆਗੂ, ਇਹ ਕਰਮਕਾਂਡ ਦੇ ਆਸਰੇ ਜੀਵਨ ਬਤੀਤ ਕਰਦੇ ਆ, ਪਰ ਸੱਚਖੰਡ ਦੀ ਦ੍ਰਿਸ਼ਟੀ ਤੋਂ ਇਹਨਾਂ ਦਾ ਜਿਹੜਾ ਜੀਵਨ ਉਹ ਵਿਅਰਥ ਹੈ। ਹੇ ਮੇਰੇ ਮਨ, ਤੈਨੂੰ ਲੱਗਦਾ ਵੀ ਮੇਰਾ ਜੀਵਨ ਬੜਾ ਸੌਖਾ ਹੈ, ਪਰ ਸੱਚਖੰਡ ਦੀ ਦ੍ਰਿਸ਼ਟੀ ਤੋਂ বা ਗੁਰਬਾਣੀ ਦੀ ਦ੍ਰਿਸ਼ਟੀ ਤੋਂ ਤੇਰਾ ਜੀਵਨ ਵਿਅਰਥ ਜਾ ਰਿਹਾ। ਭਗਲ ਸਮਾਧੀ ਲਾਉਂਦੇ ਨੇ ਤੇ ਲੋਕਾਂ ਨੂੰ ਭਰਮਾ ਲੈਂਦੇ, ਤੇ ਲੋਕਾਂ ਦੇ ਪ੍ਰਭਾਵ ਪੈਂਦਾ ਵੀ ਇਹ ਤਾਂ ਬੜਾ ਧਿਆਨ ਲਾਈ ਬੈਠੇ, ਅੱਖਾਂ ਹੀ ਨਹੀਂ ਖੋਲ੍ਹਦਾ। ਅੱਖਾਂ ਨੂੰ ਬੰਦ ਕਰਨਾ ਹੀ ਧਿਆਨ ਲਾਉਣਾ ਮੰਨਦੇ। ਅੱਖਾਂ ਤਾਂ ਸਰੀਰ ਦੀਆਂ ਬੰਦ ਨੇ, ਆਤਮਾ ਦੇ ਨੇਤਰ ਤਾਂ ਬੰਦ ਨਹੀਂ ਹੈਗੇ, ਉਹ ਤਾਂ ਖੁੱਲ੍ਹੇ ਨੇ। ਅੱਖਾਂ ਬੰਦ ਕਰਨ ਦੇ ਨਾਲ ਸੰਸਾਰ ਦੇ ਲੋਕਾਂ ਦੇ ਪ੍ਰਭਾਵ ਜ਼ਰੂਰ ਪੈਂਦਾ, ਪਰ ਗੁਰਮੁਖਾਂ 'ਤੇ ਨਹੀਂ ਪੈਂਦਾ। ਗੁਰਮੁਖ ਇਸ ਗੱਲ ਦਾ ਵਿਰੋਧ ਕਰਦੇ ਵੀ ਨਹੀਂ, ਅੱਖਾਂ ਨਾ ਬੰਦ ਕਰੋ, ਅੱਖਾਂ ਤਾਂ ਖੋਲ੍ਹੋ, ਨੇਤਰ ਬੰਦ ਕਰੋ। ਜਿਹੜੀਆਂ ਅੰਦਰਲੀਆਂ ਅੱਖਾਂ ਨੇ ਉਹਨਾਂ ਦਾ ਸੂਤਕ ਲੱਗਿਆ ਹੋਇਆ, ਅੰਦਰਲੇ ਕੰਨਾਂ ਨੂੰ ਤਾਂ ਸੂਤਕ ਹੈ, ਉਹ ਤਾਂ ਭਰਮ 'ਚ ਨੇ। ਤਾਂ ਹੀ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਉਸ ਧਾਰਮਿਕ ਆਗੂ ਨੂੰ ਆਖਿਆ, ਜਿਹੜਾ ਸੰਸਾਰੀ ਸੀ, ਕਿ ਅੱਖੀਂ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ। ਵੀ ਤਾਂ ਸੰਸਾਰ ਦੇ ਨਾਲ ਠੱਗੀ ਮਾਰਨ ਵਾਸਤੇ ਤਾਂ ਕੋਈ ਢੰਗ ਹੋ ਸਕਦਾ ਹੈ। ਸੰਸਾਰ ਤਾਂ ਠੱਗਿਆ ਜਾਂਦਾ ਇਹਨਾਂ ਗੱਲਾਂ ਨਾਲ, ਪਰ ਨਿਰਾਕਾਰ ਨਹੀਂ ਠੱਗਿਆ ਜਾਂਦਾ। ਉਹਨੂੰ ਨਹੀਂ ਭਰਮਾ ਸਕਦਾ ਵਾ, ਗੁਰਮੁਖ ਨਹੀਂ ਪਰ ਇਸ ਪ੍ਰਭਾਵ 'ਚ ਆਉਂਦਾ। ਗੁਰਮੁਖ ਨੂੰ ਤਾਂ ਸਾਰੀ ਸੋਝੀ ਹੁੰਦੀ ਹੈ ਵੀ ਇਹਦੇ ਅੰਦਰ ਦੀ ਮਨੋਬਿਰਤੀ ਕੀ ਹੈ। ਤਾਂ ਹੀ ਗੁਰਬਾਣੀ ਨੇ, ਪਾਤਸ਼ਾਹ ਨੇ ਗੱਲ ਆਖੀ ਵੀ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਉਹ ਤਾਂ ਕੱਚੇ ਗਿਣਤੇ ਉਹਨਾਂ ਨੇ ਵੀ, ਇਹ ਤਾਂ ਕੱਚੇ ਨੇ।
ਇੱਥੇ ਵੀ ਕੱਚੇ ਨੇ, ਦਰਗਾਹ ਵਿੱਚ ਵੀ ਕੱਚੇ ਨੇ। ਹੇ ਮੇਰੇ ਮਨਾ ਅੰਦਰ ਝਾਤੀ ਮਾਰ, ਪੇਖ ਦਿਖਾਏ ਜਗਤ ਕੋ ਲੋਗਨ ਕੋ ਵਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਹੇ ਮੇਰੇ ਮਨਾ ਦੇ ਗੁਰਬਾਣੀ ਕਹਿੰਦੀ ਕਿ ਭੇਖ ਦਿਖਾਏ ਜਗਤ ਕੋ, ਜਗਤ ਨੂੰ ਭੇਖ ਦੇ ਨਾਲ ਲੁੱਟ ਲੈਣਾ। ਇੱਕ ਭੇਖ ਹੁੰਦਾ ਬਾਹਰਲੇ ਸਰੀਰ ਤੇ ਕੱਪੜੇ ਪਾ ਲੈਣੇ, ਇਹ ਸੰਸਾਰੀ ਭੇਖ ਹੈ। ਇੱਕ ਆਤਮਾ ਵੀ ਭੇਖ ਧਾਰਨ ਕਰ ਲੈਂਦੀ ਹੈ। ਆਤਮਾ ਦਾ ਭੇਖ ਕੀ ਹੈ? ਮੂੰਹੋਂ ਬੜੇ ਚੰਗੇ ਚੰਗੇ ਸ਼ਬਦ ਕੱਢਣੇ, ਬੜਾ ਮਿੱਠਾ ਬੋਲਣਾ, ਬੜੀਆਂ ਚੰਗੀਆਂ ਗੱਲਾਂ ਕਰਨੀਆਂ, ਗੁਰਬਾਣੀ ਦੀਆਂ ਗੱਲਾਂ ਕਰਨੀਆਂ, ਉੱਚੀਆਂ ਗੱਲਾਂ ਕਰਨੀਆਂ ਵੀ ਐਂ ਹੋ ਜਾਂਦਾ ਜੀ, ਆਹ ਨਹੀਂ ਹੋ ਜਾਂਦਾ, ਅੱਗੇ ਐਂ ਹੋ ਜਾਂਦਾ, ਪਰ ਆਪ ਉਹਨਾਂ ਗੱਲਾਂ ਨੂੰ ਮੰਨਣਾ ਹੀ ਨਹੀਂ। ਉਹ ਆਤਮਾ ਦਾ ਭੇਖ ਹੈ। ਉਹ ਸੱਚਖੰਡ ਵਾਲੇ ਦੇਖਦੇ ਆ ਵੀ ਇਹ ਦੇਖੇ ਨੇ ਭੇਖ ਧਾਰਿਆ। ਤਾਂ ਹੀ ਗੁਰਬਾਣੀ 'ਚ ਬਚਨ ਆਇਆ ਸੀ, ਨਰਪਤੇ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭੇਖਾਰੀ। ਭੇਖ ਧਾਰ ਲਏ ਨੇ, ਹੈ ਨਹੀਂ ਗਾ ਪਰ ਰਾਜਾ, ਭੇਖ ਧਾਰਿਆ ਹੋਇਆ। ਰਾਜਾ ਇਹਦਾ ਆਪਣਾ ਮੂਲ ਹੈ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ, ਲੋਕਾਂ ਨੂੰ ਬਸ ਕਰ ਲੈਂਦਾ। ਸਾਡੇ ਵੀ ਇੱਥੇ ਬਸ 'ਚ ਹੀ ਕਰਦੇ ਧਾਰਮਿਕ ਆਗੂ ਵੀ, ਇਹ ਸਾਡੀ ਪਾਰਟੀ ਦੇ ਬੰਦੇ ਆ, ਸਾਡੇ ਧੜੇ ਦੇ ਆ, ਸਾਡੀ ਜਥੇਬੰਦੀ। ਸਾਰਿਆਂ ਨੇ ਆਪੋ ਆਪਣੀਆਂ ਸੰਪਰਦਾਵਾਂ ਬਣਾਈਆਂ, ਜਥੇਬੰਦੀਆਂ ਬਣਾ ਲਈਆਂ, ਉਹਨਾਂ ਤੇ ਆਪੋ ਆਪਣਾ ਲੋਗੋ ਲਾਤਾ। ਪਰ ਕਿਸੇ ਨੇ ਇਹ ਨਹੀਂ ਆਖਿਆ ਕਿ ਗੁਰਬਾਣੀ ਕੀ ਕਹਿੰਦੀ ਹੈ, ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਹਿਣਾ ਤਾਂ ਇਹ ਸੀ। 10ਵੇਂ ਪਾਤਸ਼ਾਹ ਨੇ ਕਿਤੇ ਨਹੀਂ ਲਿਖਿਆ ਵੀ ਖਾਲਸਾ ਮੇਰਾ। ਮੈਂ ਐਂ ਕੀਤਾ, ਕਿਤੇ ਨਹੀਂ ਉਹਨਾਂ ਨੇ ਲਿਖਿਆ। ਮੈਂ ਕੋਈ ਪੰਥ ਬਣਾਇਆ ਜਾਂ ਮੈਂ ਕੋਈ ਸੰਪਰਦਾ ਬਣਾਈ ਹੈ, 10ਵੇਂ ਪਾਤਸ਼ਾਹ ਨੇ ਇੱਕ ਵੀ ਗੱਲ ਨਹੀਂ ਲਿਖੀ। ਗੁਰਮੁਖ ਨਹੀਂ ਲਿਖਦੇ, ਉਹ ਲਿਖਦੇ ਆ ਪੰਥ ਚੱਲੈ ਤਬ ਜਗਤ ਮੈਂ, ਵੀ ਕਹਿੰਦੇ ਤਾਂ ਇਹ ਜਗਤ 'ਚ ਚੱਲਦਾ। ਜਬ ਤੁਮ ਕਰੋ ਸਹਾਇ, ਜਿੰਨਾ ਚਿਰ ਤੁਸੀਂ ਸਹਾਇਤਾ ਕਰਦੇ ਉਹਨਾਂ ਚਿਰ ਪੰਥ ਚੱਲਦਾ, ਜਿੱਦਾਂ ਤੁਸੀਂ ਨਹੀਂ ਕੀਤੀ ਤਾਂ ਪੰਥ ਖਤਮ। ਇਹਦਾ ਮਤਲਬ ਕਿਸੇ ਦੀ ਸਹਾਇਤਾ ਨਾਲ ਚੱਲਦਾ। ਪਰ ਸਾਡੇ ਤਾਂ ਜੋ ਬਣਦਾ। ਫਿਰ ਇਹ ਜਿਹੜੇ ਸੰਪਰਦਾਇਕ ਲੋਕ ਨੇ, ਇਹ ਦੂਜੇ ਨੂੰ ਚੰਗਾ ਨਹੀਂ ਸਮਝਦੇ, ਦੂਜੀ ਸੰਪਰਦਾ ਨੂੰ ਨਹੀਂ ਚੰਗਾ ਸਮਝਦੇ, ਉਹ ਇਹਨਾਂ ਨੂੰ ਨਹੀਂ ਸਮਝਦੇ। ਫਿਰ ਪਰਮਾਰਥ ਕਿੱਥੇ ਹੈ? ਪਰਮਾਰਥ ਵਾਲੇ ਲਈ ਤਾਂ ਗੁਰਬਾਣੀ ਕਹਿੰਦੀ ਹੈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨੇ ਆਈ। ਹੇ ਮੇਰੇ ਮਨਾ ਦੇਖ ਗੁਰਬਾਣੀ ਕੀ ਕਹਿੰਦੀ ਹੈ। ਇਹ ਤੇਰੇ ਲਈ ਉਪਦੇਸ਼ ਹੈ, ਤੂੰ ਨਹੀਂ ਮੰਨਣਾ। ਹੋਰ ਜੋ ਮਰਜ਼ੀ ਸੰਸਾਰ 'ਚ ਕੋਈ ਕਰੇ, ਉਹਨਾਂ ਦੀ ਆਪਣੀ ਰਿਸਪੌਂਸਿਬਿਲਿਟੀ, ਉਹਨਾਂ ਨੇ ਆਪਣੀ ਜੀਵਾਤਮਾ ਨੇ ਲੇਖਾ ਦੇਣਾ, ਤੈਂ ਆਪਣਾ ਦੇਣਾ। ਪਰ ਜੇ ਤੂੰ ਨਾ ਮੰਨੇਗਾ ਤਾਂ ਤੈਨੂੰ ਫਾਇਦਾ ਹੋਊਗਾ, ਜੇ ਤੂੰ ਵੀ ਇਹੀ ਕੁਛ ਮੰਨੇਗਾ ਫਿਰ ਤੇਰਾ ਵੀ ਨੁਕਸਾਨ ਹੈ। ਫਿਰ ਇਹ ਰੀਤ, ਇਹ ਜਿਹੜੀ ਗੁਰਬਾਣੀ ਦਾ ਫਰਮਾਨ ਹੈ, ਤੇਰੇ ਤੇ ਵੀ ਲਾਗੂ ਹੋ ਜਾਣਾ ਕਿ ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸ ਕੀਨ, ਅੰਤ ਕਾਲ ਕਾਤੀ ਕਟਿਓ। ਅੰਤ ਨੂੰ ਜਿਹੜਾ ਕਾਲ ਆ, ਹੁਕਮ ਹੈ, ਇਹਨੇ ਤੈਨੂੰ ਕੱਟ ਦੇਣਾ। ਤੈਨੂੰ ਹੁਕਮ ਨੇ ਇੱਥੇ ਰਹਿਣ ਦੇਣਾ, ਤੇਰੇ 2 ਹਿੱਸੇ ਕਰ ਦੇਣੇ। ਤੂੰ ਸੱਚਖੰਡ ਵਾਲਾ ਹਿੱਸਾ ਤੂੰ ਜਾ ਨਹੀਂ ਸਕਦਾ, ਝੂਠਖੰਡ ਵਿੱਚ ਤੈਨੂੰ ਰਹਿਣਾ ਪਊਗਾ। ਬਾਸ ਨਰਕ ਮੋਲੀਨ, ਆਹ ਨਰਕ ਹੈ। ਮਾਇਆ ਦੀ ਇੱਛਾ ਦੇ ਵਿੱਚ ਰਹਿਣਾ, ਮਾਇਆ ਨਾਲ ਜੁੜੇ ਰਹਿਣਾ, ਇਹ ਨਰਕ ਹੈ। ਕੋਈ ਪਰਵਾਹ ਹੀ ਨਹੀਂ ਕਰਦਾ ਮਨਾ, ਪਤਾ ਹੀ ਨਹੀਂ ਕਿ ਤੂੰ ਝੂਠ ਹੈ, ਔਰ ਤੂੰ ਮੰਨਦਾ ਹੀ ਨਹੀਂ ਕਿ ਮੈਂ ਝੂਠ ਹੈ। ਜਦ ਕਿ ਗੁਰਬਾਣੀ ਤੈਨੂੰ ਸਪਸ਼ਟ ਕਹਿੰਦੀ ਹੈ ਕਿ ਮਨ ਜਾਣਤ ਸਭ ਬਾਤ, ਤੈਨੂੰ ਸਾਰਾ ਪਤਾ, ਫਿਰ ਤੂੰ ਮੰਨਦਾ ਕਰਦੇ ਨਹੀਂ। ਸੋ ਅੰਦਰਲੀ ਹਉਮੈ ਤੇ ਸੰਸਾਰੀ ਹੈ ਜਿਹੜੀ, ਇਹ ਮੁਫਤ 'ਚ ਮਿਲਦੀ ਹੈ। ਤੇ ਇੱਜ਼ਤ ਕੌਣ ਛੱਡਦਾ? ਸੰਸਾਰ 'ਚ ਜਿਹੜੀ ਇੱਜ਼ਤ ਮਿਲਦੀ ਹੈ, ਇਹ ਹਉਮੈ। ਇਹਨੂੰ ਕੋਈ ਛੱਡਦਾ? ਹਾਲਾ ਕਹਿੰਦਾ ਮੁਕਦੀ ਆਪਾਂ ਤਾਂ ਰਾਜਗੱਦੀ ਮਿਲਦੀ ਹੈ, ਆਪਾਂ ਤਾਂ ਸਾਰਾ ਕੁਝ ਹੀ ਬਣਿਆ ਬਣਾਇਆ ਮਿਲ ਰਿਹਾ। ਉਹ ਇਹ ਨਹੀਂ ਦੇਖਦੇ ਵੀ ਜੇ ਸਾਨੂੰ ਇਹ ਦੇ ਰਹੇ ਨੇ ਤਾਂ ਕੀ ਅਸੀਂ ਇਹਦੇ ਲੈਣ ਦੇ ਯੋਗ ਵੀ ਹਾਂ। ਜੇ ਤੁਸੀਂ ਉਹਦੇ ਲੈਣ ਦੇ ਯੋਗ ਹੀ ਨਹੀਂ, ਤੁਸੀਂ ਸਪਸ਼ਟ ਕਹੋ ਵੀ ਨਹੀਂ ਮੈਂ ਨਹੀਂ ਯੋਗ ਇਸ ਚੀਜ਼ ਦੇ, ਮੈਂ ਕਿਉਂ ਲਵਾਂ। ਜਿਹੜਾ ਕੋਈ ਯੋਗ ਹੈਗਾ ਉਹਨੂੰ ਦਿਓ। ਜਾਂ ਅਸੀਂ ਯੋਗ ਬਣਨ ਲਈ ਕੁਛ ਕਰੀਏ। ਜੇ ਸਾਡੇ ਮਨ 'ਚ ਇੱਛਾ ਵੀ ਹੈ ਸਾਨੂੰ ਆਹ ਚੀਜ਼ ਮਿਲਣੀ ਚਾਹੀਦੀ ਆ, ਤਾਂ ਅਸੀਂ ਆਪਣੇ ਅੰਦਰੋਂ ਕੁਆਲਿਟੀ ਪੈਦਾ ਕਰੀਏ, ਉਹ ਏਬਲ ਬਣੀਏ ਕਿ ਸਾਨੂੰ ਉਹ ਚੀਜ਼ ਮਿਲੇ।
ਕਿਉਂਕਿ ਉਹ ਜਦੋਂ ਚੀਜ਼ ਸਾਡੇ ਕੋਲ ਨਹੀਂ ਹੈਗੀ ਤੇ ਸਾਨੂੰ ਸੰਸਾਰੀ ਲੋਕ ਕਹਿ ਦਿੰਦੇ ਆ ਵੀ ਇਹਦੇ ਕੋਲ ਇਹ ਚੀਜ਼ ਹੈਗੀ ਹੈ, ਫਿਰ ਸੰਸਾਰੀ ਲੋਕ ਕੋਈ ਸਾਡੇ ਤੋਂ ਵਸਤੂ ਭਾਲਦੇ, ਸਾਡੇ ਕੋਲ ਉਹ ਹੁੰਦੀ ਨਹੀਂ। ਫਿਰ ਉਹ ਸੰਸਾਰੀ ਲੋਕਾਂ ਦਾ ਵੀ ਜੀਵਨ ਖਰਾਬ, ਸਾਡਾ ਤਾਂ ਫਿਰ ਹੋਣਾ ਹੀ ਹੋਣਾ। ਜੇ ਅਸੀਂ ਇਹ ਕਹਾਂਗੇ ਵੀ ਸਾਡੇ ਕੋਲ ਨਹੀਂ ਹੈ, ਚਾਹੇ ਗੁੱਸਾ ਕਰੋ ਚਾਹੇ ਗਿੱਲਾ ਕਰੋ, ਇਹ ਚੀਜ਼ ਮੇਰੇ ਕੋਲ ਨਹੀਂ ਹੈ, ਮੇਰੇ ਤੇ ਆਸ ਨਾ ਰੱਖੋ, ਤੋ ਚ ਅਗਲੇ ਦਾ ਵੀ ਫਾਇਦਾ ਤੁਹਾਡਾ ਵੀ ਫਾਇਦਾ। ਪਰ ਇਹ ਗੱਲ ਕੋਈ ਕਹਿ ਨਹੀਂ ਸਕਦਾ, ਸੰਸਾਰ 'ਚ ਨਹੀਂ ਕੋਈ ਕਹਿ ਸਕਦਾ। ਅਲੱਗ ਕਹਿੰਦਾ ਮੁੱਖ ਦੀ ਚੀਜ਼ ਮਿਲਦੀ ਹੈ ਲੈ ਲਓ। ਸੋ ਇੱਜ਼ਤ ਸਮਝਦੇ ਲੋਕ, ਇਹਨਾਂ ਪਿੱਛੇ ਲੱਗਣ ਵਾਲਾ ਲੋਭੀ ਹੁੰਦਾ, ਤੇ ਜਨਤਾ ਇਹਨਾਂ ਨੂੰ ਦੇਖ ਕੇ ਫਿਰ ਇਹਨਾਂ ਕੋਲੋਂ ਹੀ 10 ਗੁਣਾ ਹੋਰ ਮੰਗਦੀ ਹੈ। ਸੰਸਾਰੀ ਲੋਕ ਆਪ ਹੀ ਉਸ ਨੂੰ ਰੱਬ ਬਣਾ ਲੈਂਦੇ ਆ ਵੀ ਸਾਡਾ ਤੂੰ ਰੱਬ ਹੈ, ਤੇਰੇ ਕੋਲ ਹੀ ਸਾਰਾ ਕੁਛ ਹੈ। ਫਿਰ ਆਪ ਹੀ ਸੰਸਾਰੀ ਲੋਕ ਜਾ ਕੇ ਉਹਨੂੰ ਪੈਸਿਆਂ ਦਾ ਮੱਥਾ ਟੇਕਦੇ ਆ ਜਾਂ ਹੋਰ ਉਹਦੇ ਅੱਗੇ ਚੀਜ਼ਾਂ ਲਿਜਾ ਕੇ ਰੱਖਦੇ ਆ। ਫਿਰ ਉਹਦੇ ਅੱਗੇ ਖੜ ਕੇ ਬੇਨਤੀ ਕਰਦੇ ਆ ਵੀ ਸਾਨੂੰ ਇੰਨਾ ਦੇ, ਵੀ ਸਾਡੇ ਘਰੇ ਬਰਕਤ ਪਾ, ਮਿਹਰ ਕਰ, ਕਿਰਪਾ ਕਰ। ਤੇ ਪਰਮੇਸ਼ਰ ਹੱਸਦਾ, ਸੱਚਖੰਡ ਹੱਸਦਾ, ਗੁਰਮੁਖ ਹੱਸਦੇ। ਨਾਮੇ ਦੇਖ ਨਾਰਾਇਣ ਹੱਸੈ, ਉਹ ਹੱਸਦਾ। ਇਹਦੇ ਕਰਦੇ ਕੀ ਨੇ ਇਹ? ਕੁੱਲਾਂ ਲੈਂਦੇ ਬਾਵਲੇ, ਲੈਂਦੇ ਬੜੇ ਨਲੱਜ, ਚੂਹਾ ਖੱਡ ਨਾ ਮਾਵੇ, ਤਿੱਕਲ ਬੰਨ੍ਹੈ ਛੱਜ। ਕਹਿੰਦੇ ਇੱਕ ਪਹਿਲਾਂ ਉਹ ਬੰਦਾ ਸੀ, ਆਮ ਨੋਰਮਲ ਸੀ, ਉਹਨੂੰ ਥੋੜ੍ਹੀ ਦੇਰ ਬਾਅਦ ਇਹਨਾਂ ਨੇ ਰੱਬ ਬਣਾ ਲਿਆ। ਹੁਣ ਰੱਬ ਬਣਾ ਕੇ ਉਹਦੀ ਇਹ ਪੂਜਾ ਕਰਨ ਲੱਗ ਗਏ, ਉਹਦੇ ਅੱਗੇ ਜਾ ਕੇ ਪਦਾਰਥ ਰੱਖਦੇ ਆ, ਜਿਹੜੇ ਕਿ ਪਦਾਰਥ ਪਰਮੇਸ਼ਰ ਵੱਲੋਂ ਦਿੱਤੇ ਹੋਏ ਆ, ਉਹੀ ਲਿਜਾ ਕੇ ਰੱਖਦੇ। ਉਹਨੂੰ ਹੁਣ ਕਹਿੰਦੇ ਵੀ ਇਹਨੂੰ 10 ਗੁਣਾ ਸਾਨੂੰ ਦੇ, ਕੈਸੀ ਰੀਤ। ਔਰ ਉਹ ਉਹਨਾਂ ਦੀਆਂ ਬੇਨਤੀਆਂ ਕਰਦਾ ਵੀ ਭਾਈ ਤੁਹਾਨੂੰ 10 ਗੁਣਾ ਮਿਲੂਗਾ। ਕੈਸੀ ਉਲਟ ਖੇਡ ਹੈ। ਇਹਨਾਂ ਚੀਜ਼ਾਂ ਨੂੰ ਦੇਖ ਕੇ ਪਾਤਸ਼ਾਹ ਨੂੰ ਕਹਿਣਾ ਪਿਆ ਵੀ ਅਸੰਖ ਕੂੜਿਆਰ ਕੂੜੇ ਫਿਰਾਹੇ, ਇਹ ਸਭ ਕਹਿੰਦੇ ਝੂਠੇ ਨੇ, ਝੂਠੇ ਫਿਰਦੇ ਆ ਤੁਰੇ ਗਏ। ਕੋਈ ਵੀ ਨਹੀਂ ਕਹਿੰਦਾ ਵੀ ਜੋ ਕੁਛ ਹੈ ਪਰਮੇਸ਼ਰ ਨੇ ਦਿੱਤਾ ਹੋਇਆ ਤੁਹਾਡੇ ਕੋਲ ਪਿਆ, ਵਰਤੋ, ਖਾਓ, ਖਰਚੋ, ਬਸ ਠੀਕ ਹੈ। ਇਹ ਤੁਹਾਡਾ ਹੀ ਹੈ, ਸਾਨੂੰ ਕਾਹਨੂੰ ਦਿੰਦੇ ਹੋ ਆ ਕੇ? ਜੇ ਚਲੋ ਤੁਹਾਡੇ ਮਨ 'ਚ ਸਾਡੇ ਲਈ ਕੋਈ ਇੱਜ਼ਤ ਹੈ, ਤੁਸੀਂ ਸਮਝਦੇ ਹੋ, ਤਾਂ ਜੇ ਤੁਸੀਂ ਸਾਨੂੰ ਕੁਛ ਦੇ ਕੇ ਜਾਂਦੇ, ਸਾਡਾ ਫਰਜ਼ ਬਣਦਾ ਵੀ ਉਹਦੇ ਵਿੱਚੋਂ ਜਿੰਨੀ ਕੁ ਲੋੜ ਆ ਅਸੀਂ ਰੱਖੀਏ, ਬਾਕੀ ਸਾਰਾ ਵੰਡੀ ਵੀ ਨਹੀਂ ਭਾਈ ਤੁਸੀਂ ਆਪਣਾ ਵਰਤੋ, ਸਾਨੂੰ ਇੰਨੀ ਕੀ ਲੋੜ ਆ ਬਸ। ਅਸੀਂ ਕਿਉਂ ਸੁੱਖ ਸਹੂਲਤਾਂ 'ਚ ਪੈਣਾ? ਜੀਵਨ ਹੈ, ਜਿੰਨੀ ਕੁ ਸੁੱਖ ਸਹੂਲਤ ਦੀ ਲੋੜ ਆ ਉਨੀ ਵਰਤੋ, ਨਜਾਇਜ਼ ਨਾ ਵਰਤੋ। ਸੁੱਖ ਸਹੂਲਤਾਂ ਲੈਣ ਤੋਂ ਗੁਰਬਾਣੀ ਨਹੀਂ ਰੋਕਦੀ, ਉਹ ਕਹਿੰਦੇ ਵਰਤ, ਪਰ ਜਿੰਨੀ ਕੁ ਜਾਇਜ਼ ਆ, ਨਜਾਇਜ਼ ਨਾ ਚੱਲ। ਜੇ ਤੇਰੇ ਕੋਲ ਮਾਲਕ ਨੇ ਬਹੁਤ ਕੁਝ ਦਿੱਤਾ ਤਾਂ ਵੰਡ, ਦੂਸਰਿਆਂ ਨੂੰ ਦੇ ਜਾ ਕੇ ਵੀ ਲਓ, ਵੀ ਤੁਸੀਂ ਵੀ ਸੁੱਖ ਲਓ, ਪਰ ਹੁਕਮ ਦੀ ਸੋਝੀ ਪ੍ਰਾਪਤ ਕਰੋ। ਸੋ ਹੈਰਾਨੀ ਹੁੰਦੀ ਹੈ, ਪਾਤਸ਼ਾਹ ਕਹਿੰਦੇ ਇਹਨਾਂ ਨੂੰ ਦਿੱਤਾ ਹੋਇਆ ਉਹੀ ਰੱਖ ਲੈਂਦੇ ਆ। ਫਿਰ ਉਹ ਜਿਹੜੇ ਉਹਨਾਂ ਦੇ ਅੱਗੇ ਚੜਾਵੇ ਚੜ੍ਹਦੇ ਆ, ਉਹਨਾਂ ਨੂੰ ਦੇਖ ਕੇ ਗੁਰਮੁਖ ਹੱਸਦੇ, ਹੈਰਾਨੀ ਹੁੰਦੀ ਹੈ। ਪਰ ਕਿੱਥੇ ਮਨਾ, ਇਹ ਜਿਹੜਾ ਭਰਮ ਉਹ ਐਵੇਂ ਨਹੀਂ, ਇਹ ਮੱਕੜੀ ਦੀ ਜਾਲ ਦੀ ਤਰ੍ਹਾਂ। ਬਸ ਇਹੀ ਕਾਰਨ ਬਣ ਜਾਂਦਾ ਕਿ ਬੰਦਾ ਧਾਰਮਿਕ ਕਹਾਉਣ ਲੱਗ ਜਾਂਦਾ, ਬਣਦਾ ਨਹੀਂ। ਤੇ ਉਸ ਧਰਮ ਨੂੰ ਫਿਰ ਉਹ ਇੱਕ ਆਪਣੇ ਲਈ ਧੰਦਾ ਬਣਾ ਲੈਂਦਾ, ਉਹਦੇ ਵਿੱਚ ਹੀ ਉਹ ਆਪਣਾ ਜੀਵਨ ਬਤੀਤ ਕਰ ਜਾਂਦਾ। ਸੋ ਅੱਗੇ ਅੱਗੇ ਫਿਰ ਗੁਰਬਾਣੀ ਦੇ ਅੱਗੇ ਪਾਤਸ਼ਾਹ ਹੋਰ ਵੀ ਬਚਨ ਦੱਸਣਗੇ ਕਿ ਕਿਵੇਂ ਧਾਰਮਿਕ ਲੋਕ ਧੰਦਾ ਬਣਾ ਲੈਂਦੇ ਆ, ਫਿਰ ਉਹ ਧੰਦਾ ਬਣਾਉਣ ਵਾਲਿਆਂ ਦੀ ਵੀ ਪੋਲ ਖੋਲਣਗੇ। ਤੇ ਪਿੱਛੇ ਵੀ ਪਾਤਸ਼ਾਹ ਖੋਲ੍ਹਦੇ ਹੀ ਆਏ ਆ, ਕੱਲੀ ਕੱਲੀ ਗੱਲ ਦੱਸੀ ਹੈ, ਪਰ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਆ ਉਹਨਾਂ ਦੀ ਬੱਚਤ ਹੋ ਸਕੇ, ਉਹ ਆਪਣੇ ਆਪ ਨੂੰ ਸਵਾਰ ਸਕਣ। ਇਹ ਤਾਂ ਹੈ ਹੀ ਝੂਠੇ ਪਾਤਸ਼ਾਹ ਕਹਿੰਦੇ, ਤੇ ਹੋਰਾਂ ਨੂੰ ਵੀ ਝੂਠੇ ਹੀ ਬਣਾਉਣਗੇ। ਜੇ ਗਿਆਨੀ ਬਣਾਤਾ ਫਿਰ ਤਾਂ ਗੱਲ ਹੀ ਹੋਰ ਹੈ। ਸੋ ਜਿਵੇਂ ਗੁਰੂ ਨਾਨਕ ਸਾਹਿਬ ਨੇ ਗਿਆਨੀ ਬਣਾਏ ਨੇ, ਝੂਠੇ ਨਹੀਂ ਬਣਾਏ। ਘਰ ਤੋਂ ਸ਼ੁਰੂ ਕੀਤੀ ਰੀਤ ਕਿ ਸਦੀਆਂ ਤੋਂ ਚਲੀ ਆਉਂਦੀ ਜਿਹੜੀ ਪ੍ਰਥਾ ਜਨੇਊ ਦੀ ਸੀ, ਉਸ ਪ੍ਰਥਾ ਬਾਰੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਚੈਲੰਜ ਕੀਤਾ ਵੀ ਜਿਹੜਾ ਇਹ ਜਨੇਊ ਤੁਸੀਂ ਮੇਰੇ ਪਾਇਆ, ਪੰਡਿਤ ਨੂੰ ਕਹਿੰਦੇ ਵੀ ਠੀਕ ਹੈ
ਤੂੰ ਇਹ ਮੰਨਦਾ ਵੀ ਇਹ ਧਾਰਮਿਕ ਜਨੇਊ ਹੈ, ਇਹ ਤਾਂ ਮੇਰੇ ਸਰੀਰ ਤੇ, ਤੂੰ ਤਾਂ ਮੇਰੇ ਸਰੀਰ ਨੂੰ ਧਾਰਮਿਕ ਬਣਾਤਾ, ਪਰ ਮੇਰੀ ਆਤਮਾ ਨੂੰ ਕੌਣ ਬਣਾਊ? ਸਰੀਰ ਤਾਂ ਸੜ ਜਾਣਾ, ਤੇ ਜਦੋਂ ਸਰੀਰ ਸੜੂਗਾ ਇੱਥੇ ਹੀ ਰਹੂਗਾ ਇਸੇ ਧਰਤੀ ਦੇ ਉੱਪਰ, ਤੇ ਫਿਰ ਜਨੇਊ ਵੀ ਨਾਲ ਹੀ ਸੜੂ। ਤੇ ਪੰਡਤ ਨੂੰ ਮੰਨਣਾ ਪਿਆ, ਉਹ ਕਹਿੰਦਾ ਹਾਂਜੀ ਤਾਂ ਸੜੂ। ਕਹਿੰਦੇ ਫਿਰ ਮੇਰਾ ਧਰਮ, ਫਿਰ ਧਰਮ ਇੰਨਾ ਕੱਚਾ ਹੈ ਹੀ। ਉਹ ਜਨੇਊ ਮੈਨੂੰ ਚਾਹੀਦਾ ਜਿਹੜਾ ਮੇਰੀ ਜੀ ਨਾਲ ਜਾਵੇ। ਇਹ ਜਨੇਊ ਜੀ ਕਾ ਹੈ ਹੀ ਤਾਂ ਭਾਂਡੇ ਕੱਤ, ਕਹਿੰਦੇ ਉਹ ਦਿਖਾ ਕਿੱਥੇ ਭਾਂਡੇ, ਉਹ ਮੈਨੂੰ ਚਾਹੀਦਾ ਜਨੇਊ। ਉਹ ਹੁਣ ਭਾਂਡੇ ਕੋਲ ਤਾਂ ਹੈ ਨਹੀਂ, ਉਹ ਜਨੇਊ ਤਾਂ ਹਰ ਇੱਕ ਦੇ ਹਿਰਦੇ 'ਚ ਪਿਆ, ਚੱਕ ਕੇ ਧਾਰਨ ਕਰਨਾ ਬਸ। ਉਹ ਚੱਕ ਕੇ ਪਾਉਣਾ ਹੀ ਹੈ। ਬਾਹਰਲੇ ਸਰੀਰ ਤੇ ਜਨੇਊ ਜਾਂ ਕੋਈ ਹੋਰ ਚਿੰਨ੍ਹ ਕੋਈ ਲਾਉਂਦਾ, ਕੋਈ ਬਾਹਰਲੇ ਸਰੀਰ ਨੂੰ ਧਾਰਮਿਕ ਬਣਾਉਂਦਾ, ਪਰ ਜਿਹੜਾ ਅਸਲੀ ਨਿਰਾਕਾਰੀ ਸਰੀਰ ਹੈ ਉਹਨੂੰ ਇਹਨੇ ਖੁਦ ਧਾਰਮਿਕ ਬਣਾਉਣਾ। ਵਸਤੂ ਇਹਦੇ ਕੋਲ ਵੀ ਇਹਨੇ ਚੱਕ ਕੇ ਪਾਉਣੀ ਹੈ। ਸਭ ਕੁਛ ਘਰ ਮੈਂ, ਉਹ ਘਰ ਦੇ ਅੰਦਰ ਹੀ ਪਈ, ਉਹ ਚੱਕ ਕੇ ਪਾਉਣੀ ਹੈ ਬਸ। ਉਹ ਪਾ ਨਹੀਂ ਰਿਹਾ। ਜਿੱਦਣ ਇਹਨੇ ਉਸ ਵਸਤੂ ਨੂੰ ਪਾ ਲਿਆ, ਉਸ ਵੇਲੇ ਇਹ ਅਸਲੀ ਧਾਰਮਿਕ ਹੈ, ਉਸੇ ਵੇਲੇ ਨਿਰਾਕਾਰੀ ਧਾਰਮਿਕ ਬਣ ਜਾਣਾ ਨੇ। ਉਹਦੇ ਵੱਲੋਂ ਹੀ ਵੰਝ ਹੈ। ਸਦੀਆਂ ਤੋਂ ਚਲੀ ਆਉਂਦੀ ਸੀ ਰੀਤ ਇਹ ਸਨਾਤਨ ਮੱਤ ਦੇ ਵਿੱਚ। ਸੂਰਜ ਨੂੰ ਪਾਣੀ ਦੇਣਾ, ਪਾਤਸ਼ਾਹ ਨੇ ਜਵਾਬ ਦੇ ਦਿੱਤਾ ਵੀ ਨਹੀਂ, ਉਲਟ ਕੀਤਾ ਉਹਨਾਂ ਨਾਲੋਂ। ਅੱਗ ਦੀ ਪੂਜਾ ਨਹੀਂ ਕਰਨੀ, ਕਿਸੇ ਅੱਗੇ ਕਹਿੰਦੇ ਅਸੀਂ ਝੁਕਣਾ ਨਹੀਂ। ਫਿਰ ਕੌਣ ਸਹੀ ਹੈ, ਫੈਸਲਾ ਆਪ ਹੀ ਕਰ ਲਵੋ। ਕਿ ਸਦੀਆਂ ਤੋਂ ਚਲੀ ਆ ਰਹੀ ਰੀਤ ਨੂੰ ਗੁਰੂ ਨਾਨਕ ਸਾਹਿਬ ਨੇ ਤੋੜ ਕੇ ਰੱਖਤਾ, ਭਗਤਾਂ ਨੇ ਤੋੜ ਕੇ ਰੱਖਤਾ। ਹੇ ਮੇਰੇ ਮਨਾ, ਜਿੱਦਣ ਤੋਂ ਗੁਰਬਾਣੀ ਦੀ ਨਿਰਾਕਾਰੀ ਤੌਰ ਤੇ ਵਿਆਖਿਆ ਸਮਝਣ ਲੱਗ ਗਿਆ, ਵਿਚਾਰ ਸਮਝਣ ਲੱਗ ਗਿਆ, ਤਾਂ ਜ਼ਮੀਨ ਆ ਨਾ ਜਿਹੜੀ ਆ ਧਰਤੀ ਪੈਰਾਂ ਥੱਲੇ ਖਿਸਕ ਜਾਂਦੀ ਹੈ। ਵੀ ਅਸਲ ਵਿੱਚ ਤਾਂ ਪਾਤਸ਼ਾਹ ਕੁਝ ਹੋਰ ਕਹਿਣਾ ਚਾਹੁੰਦੇ। ਸੋ ਅਸੰਖ ਕੂੜਿਆਰ ਕੂੜੇ ਫਿਰਾਏ। ਹੇ ਮੇਰੇ ਮਨਾ, ਅਸੰਖਾਂ ਦੀ ਗਿਣਤੀ ਵਿੱਚ ਸਭ ਝੂਠ ਨਾਲ ਲੱਦੇ ਹੋਏ ਹੈ, ਸਰੀਰ ਨਾਲ ਲੱਦੇ ਹੋਏ ਨੇ। ਸਰੀਰ ਝੂਠਾ ਹੈ, ਇਹਦੇ ਪਿੱਛੇ ਹੀ ਸਾਰਾ ਜੀਵਨ ਲਾਤਾ। ਇਹਨੂੰ ਹੀ ਸੱਚ ਮੰਨ ਕੇ ਇਹਦੀ ਪੂਜਾ ਪ੍ਰਤਿਸ਼ਠਾ 'ਚ ਹੀ ਲੱਗਿਆ ਰਿਹਾ, ਇਹਦੇ ਖਾਣ ਪੀਣ ਪਹਿਰਾਨ ਵਾਸਤੇ। ਜਦ ਕਿ ਅਸਲੀ ਜਿਹੜਾ ਨਿਰਾਕਾਰੀ ਸਰੀਰ ਹੈ ਉਹ ਛੱਡਤਾ, ਕੱਪੜੇ ਨੂੰ ਸਰੀਰ ਮੰਨ ਕੇ ਤੂੰ ਮੰਨਣ ਲੱਗ ਗਿਆ। ਤੇ ਫਿਰ ਜੀਵਨ ਕੀ ਗਿਆ? ਬੇਅਰਥ, ਕਿਸੇ ਕੰਮ ਨਹੀਂ ਰਿਹਾ। ਉਸ ਤੋਂ ਅੱਗੇ ਜਿਹੜਾ ਬਚਨ ਹੈ ਪਾਤਸ਼ਾਹ ਉਹਦੀ ਵੀ ਗੱਲ ਕਰਦੇ ਆ, ਕਹਿੰਦੇ ਅਸੰਖ ਮਲੇਸ਼ ਮਲ ਭੱਖ ਖਾਏ। ਅਸੰਖਾਂ ਹੀ ਮਲੇਸ਼ ਹਨ ਜਿਹੜੇ ਮਲ ਭੱਖ ਖਾਣ ਵਾਲੇ ਨੇ। ਇਹ ਉਹਨਾਂ ਦੀ ਗੱਲ ਕਰਦੇ ਹਨ ਜਿਹੜੇ ਝੂਠ ਬੋਲ ਕੇ ਦਾਨ ਲੈਂਦੇ ਆ ਤੇ ਦੇਣ ਵਾਲੇ ਦਾਤੇ ਬਣ ਕੇ ਪੇਸ਼ ਹੁੰਦੇ। ਜਿਵੇਂ ਕਿ ਤੇਰੇ ਉੱਪਰ ਬੜਾ ਭਾਰੀ ਕਸ਼ਟ ਹੈ, ਦਾਨ ਕਰ, ਰੱਬ ਤੇਰਾ ਕਸ਼ਟ ਦੂਰ ਕਰੇਗਾ। ਸੋ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਦਾਨ ਤੁਸੀਂ ਲਿਆ, ਕਸ਼ਟ ਰੱਬ ਦੂਰ ਕਰੂ। ਤੇ ਫਿਰ ਕਸ਼ਟ ਦਿੱਤਾ ਕਿਹਨੇ? ਦੁੱਖ ਤਾਂ ਕਿਸੇ ਨੇ ਦਿੱਤਾ ਹੈ ਨਾ, ਫਿਰ ਉਹ ਕੌਣ ਹੈ ਜਿਹਨੇ ਦੁੱਖ ਦਿੱਤਾ? ਗੁਰਬਾਣੀ ਕੀ ਕਹਿੰਦੀ ਹੈ? ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਗੁਰਬਾਣੀ ਤਾਂ ਇਹ ਕਹਿੰਦੀ ਹੈ ਵੀ ਤੂੰ ਹੀ ਹੈ ਸਾਰਾ ਕੁਛ, ਨਾ ਤੈਨੂੰ ਕੋਈ ਦੋਸ਼ ਦੇ ਸਕਦਾ, ਨਾ ਕੋਈ ਤੇਰਾ ਦੋਸ਼ ਦੂਰ ਕਰ ਸਕਦਾ। ਆਪ ਹੀ ਤੂੰ ਆਪਣੇ ਆਪ ਦੇ ਦੋਸ਼ ਲੈਣਾ, ਆਪ ਹੀ ਆਪਣੇ ਨੂੰ ਦੂਰ ਕਰ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਗੁਰਬਾਣੀ ਦੂਜੇ ਦੀ ਗੱਲ ਛੱਡਦੀ ਹੈ। ਦੂਜਾ ਜੇ ਵੱਧ ਤੋਂ ਵੱਧ ਸਾਡੇ ਤੇ ਉਪਕਾਰ ਕੀਤਾ ਵੀ ਹੈ ਭਗਤਾਂ ਨੇ ਜਾਂ ਪਾਤਸ਼ਾਹੀਆਂ ਨੇ, ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ, ਸਮਝਾਇਆ ਵੀ ਭਾਈ ਗੱਲ ਆ ਹੈ। ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਇਹ ਕਰਨੀ ਹੈ ਜਾਂ ਨਹੀਂ ਕਰਨੀ। ਸੋ ਇਹ ਮੇਰੇ ਮਨ, ਇਹ ਸੋਚਣਾ ਪਊ ਵੀ ਕਸ਼ਟ ਫਿਰ ਦਿੱਤਾ ਕੀ? ਜੇ ਕਸ਼ਟ ਦੂਰ ਹੋ ਗਿਆ ਤੇ ਮਲੇਸ਼ ਦੀ ਬੱਲੇ ਬੱਲੇ। ਫਿਰ ਉਹ ਕਹਿੰਦੇ ਦੇਖਿਆ ਨਾ, ਅਸੀਂ ਤੇਰੀ ਅਰਦਾਸ ਕੀਤੀ ਸੀ, ਅਸੀਂ ਜਾਪ ਕੀਤਾ ਸੀ, ਤੇਰਾ ਕੰਮ ਸਿਰੇ ਚੜ੍ਹ ਗਿਆ। ਤੇ ਜੇ ਕੋਈ ਉਹੀ ਆਸ ਲੈ ਕੇ ਕੋਈ ਹੋਰ ਆ ਜਾਵੇ ਵੀ ਜੀ ਉਹਦੇ 'ਤੇ ਕਿਰਪਾ ਕੀਤੀ, ਮੇਰੇ 'ਤੇ ਵੀ ਕਰੋ, ਫਿਰ ਉਹ ਨਾ ਪੂਰਾ ਹੋਵੇ, ਫਿਰ ਕਹਿੰਦੇ ਨਹੀਂ ਨਹੀਂ ਤੇਰੇ ਤੋਂ ਕੋਈ ਪਾਪ ਹੀ ਬਹੁਤ ਨੇ, ਤੇਰੇ ਦਾ ਕਰਮ ਮਾੜੇ ਹੈ,
ਤੇਰੀ ਸ਼ਰਧਾ ਨਹੀਂ ਹਜੇ ਹੈਗੀ ਬਣੀ, ਤੂੰ ਸ਼ੰਕਾ ਥੋੜ੍ਹੀ ਜਿਹੀ ਕਰਦਾ ਹੈ, ਤਾਂ ਨਹੀਂ ਤੇਰਾ ਸਰਿਆ। ਕੀ ਪਰਮੇਸ਼ਰ ਇਸ ਤਰ੍ਹਾਂ ਦਾ ਹੈ? ਕੀ ਪਰਮੇਸ਼ਰ ਕਿਸੇ ਨੂੰ ਇਸ ਤਰ੍ਹਾਂ ਦੇਖਦਾ? ਉਹ ਤਾਂ ਸਭ ਨੂੰ ਇੱਕ ਸਮਾਨ ਦੇ ਰਿਹਾ। ਪਰਮੇਸ਼ਰ ਨੇ ਸਾਰਾ ਕੁਝ ਇੱਕੋ ਜਿਹਾ ਦਿੱਤਾ ਹੈ। ਇਹ ਜੀਵ ਦੀ ਖੁਦ ਆਪ ਦੀ ਮਰਜ਼ੀ ਹੈ ਕਿ ਉਹਨੇ ਪਰਮੇਸ਼ਰ ਵਾਲੀ ਚੀਜ਼ ਚੋਂ ਕੀ ਪ੍ਰਾਪਤ ਕਰਨਾ, ਕਿਉਂਕਿ ਜੀਵ ਕੋਲ, ਮਨੁੱਖ ਕੋਲ ਬੁੱਧੀ ਹੈ ਕਿ ਚੰਗਾ ਪ੍ਰਾਪਤ ਕਰਨਾ ਕਿ ਮਾੜਾ ਕਰਨਾ। ਫਿਰ ਦੂਸਰੇ ਪਾਸੇ ਪਾਤਸ਼ਾਹ ਕਹਿੰਦੇ, ਡਰਾ ਦਿੰਦੇ ਆ ਵੀ ਸ਼ਰਧਾ ਰੱਖਿਆ ਕਰ, ਤੇਰੀ ਸ਼ਰਧਾ ਨਹੀਂ ਹੈਗੀ। ਮਾਇਆ ਦੇ ਪੁਜਾਰੀ ਨੇ ਮਲੇਸ਼, ਗੁਰਬਾਣੀ ਮਲੇਸ਼ ਕਹਿੰਦੀ ਹੈ ਉਹਨੂੰ, ਧਰਮ ਦੀ ਗਲਤੀ ਜਾਣ, ਧਰਮ ਬਾਰੇ ਗਲਤ ਜਾਣਕਾਰੀ ਦੇ ਕੇ ਆਪ ਐਸ਼ ਕਰਨੀ, ਇਹਨੂੰ ਗੁਰਬਾਣੀ ਮਲੇਸ਼ ਕਹਿੰਦੀ ਹੈ। ਗੁਰਬਾਣੀ 'ਚ ਬਚਨ ਹੈ, ਪਾਤਸ਼ਾਹ ਨੇ ਲਿਖਿਆ, ਮਲੇਸ਼ ਧਾਨ ਲੈ ਪੂਜਿਆ ਹੈ ਪੁਰਾਣ। ਗੁਰਬਾਣੀ 'ਚ ਬਚਨ ਹੈ। ਸੋ ਸਿੱਧ ਹੋ ਜਾਣ ਤੇ ਵੀ ਨਹੀਂ ਮੰਨਦੇ, ਅੱਗੋਂ ਆਖਣਗੇ ਕਿ ਕਿਸੇ ਦਾ ਕਸ਼ਟ ਲਿਆ। ਮੰਨਦੇ ਨਹੀਂ ਹੈ ਸੰਸਾਰੀ ਧਾਰਮਿਕ ਲੋਕ। ਅਸੀਂ ਜਦੋਂ ਇਹਨਾਂ ਪੁਰਖਾਂ ਨੇ ਗੁਰਬਾਣੀ ਲਿਖੀ, ਉਹਨਾਂ ਨੇ ਤਾਂ ਕਿਤੇ ਨਹੀਂ ਲਿਖਿਆ ਕਿ ਅਸੀਂ ਕਿਸ ਦਾ ਕਸ਼ਟ ਲਿਆ, ਸਗੋਂ ਉਹਨਾਂ ਨੇ ਤਾਂ ਇਹ ਲਿਖਿਆ ਕਿ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਸੋ ਗੁਰਮੁਖਾਂ ਨੇ, ਭਗਤਾਂ ਨੇ ਪੰਡਤ ਨੂੰ ਝੂਠਾ ਸਾਬਤ ਕਰਤਾ ਸੀ, ਪਰ ਉਹਨਾਂ ਨੇ ਮੰਨਿਆ ਨਹੀਂ। ਪ੍ਰਚਾਰ ਫਿਰ ਵੀ ਪੰਡਤ ਕਰੀ ਗਿਆ, ਸਿੱਧ ਝੂਠੇ ਸਾਬਤ ਕੀਤੇ ਗੁਰੂ ਨਾਨਕ ਸਾਹਿਬ ਨੇ, ਪਰ ਮਾਨਤਾ ਸਿੱਧਾਂ ਦੀ ਅੱਜ ਵੀ ਹੋ ਰਹੀ ਹੈ। ਤੇ ਕਰਾਉਣ ਵਾਲੇ ਕੌਣ ਨੇ? ਉਹ ਮਲੇਸ਼ ਨੇ, ਮਲਕ ਪੱਖ ਖਾਣ ਵਾਲੇ। ਮਲ ਕੀ ਹੁੰਦੀ ਹੈ? ਮਲ ਹੁੰਦੀ ਹੈ ਮਾਇਆ ਦੀ ਤੀਬਰ ਇੱਛਾ, ਹਰ ਵੇਲੇ ਮਾਇਆ ਦੇ ਨਾਲ ਜੁੜੇ ਰਹਿਣਾ, ਮਾਇਆ ਦੀ ਭੁੱਖ ਵਧਾਈ ਰੱਖਣਾ, ਮਾਇਆ ਲੋੜ ਲਈ ਵਰਤਣੀ ਤੇ ਸ਼ੁਕਰ ਮਾਲਕ ਦਾ ਕਰਦੇ ਰਹਿਣਾ। ਇਹ ਠੀਕ, ਕਿਉਂਕਿ ਸਾਡੇ ਕੋਲ ਸਰੀਰ ਹੈ ਮਾਇਆ ਦਾ, ਇਹਦੇ ਵਾਸਤੇ ਮਾਇਆ ਵੀ ਲੋੜਵੰਦ ਹੈ। ਜਿੰਨਾ ਕੁ ਸਰੀਰ ਆ ਉਹਦੇ ਵਾਸਤੇ ਉਨੀ ਕੁ ਮਾਇਆ ਦੀ ਲੋੜ ਰੱਖਣੀ, ਗੁਰਬਾਣੀ ਕਹਿੰਦੀ ਠੀਕ ਹੈ, ਜਾਇਜ਼ ਹੈ, ਜ਼ਰੂਰੀ ਹੈ, ਪਰ ਲੋੜ ਤੋਂ ਵੱਧ ਕੇ ਚੀਜ਼ ਰੱਖਣੀ ਅਪਰਾਧ ਹੈ। ਸੋ ਮਾਇਆ ਦੀ ਲੋੜ ਜ਼ਰੂਰੀ ਹੈ, ਲੋੜ ਲਈ ਮਾਇਆ ਵਰਤਣੀ ਤੇ ਸ਼ੁਕਰ ਮਾਲਕ ਦਾ ਕਰਨਾ, ਇਹ ਚੰਗੀ ਗੱਲ ਹੈ। ਮਾਇਆ ਖਾ ਕੇ ਮਾਇਆ ਦਾ ਪ੍ਰਚਾਰ ਕਰਨਾ, ਇਹ ਦਰਗਾਹ ਦੇ ਵਿੱਚ ਦੋਸ਼। ਹੁਣ ਅਸੀਂ ਕੀ ਕਰਦੇ ਹਾਂ? ਅਸੀਂ ਮਾਇਆ ਖਾ ਕੇ ਮਾਇਆ ਦਾ ਹੀ ਪ੍ਰਚਾਰ ਕਰਦੇ। हे ਮੇਰੇ ਮਨਾ, ਸੱਚ ਖਾਣਾ ਤੇ ਸੱਚ ਦਾ ਪ੍ਰਚਾਰ ਕਰਨਾ ਹੈ, ਸੱਚ ਖਾਣਾ ਫਿਰ ਸੱਚ ਦੀ ਪ੍ਰਚਾਰ ਕਰਨਾ, ਇਹ ਕਰਨਾ ਜ਼ਰੂਰੀ ਹੈ। ਪਾਕੋ ਹੁੰਦੀ ਹੈ ਪਿੱਖਿਆ, ਤਾਂ ਹੀ ਪਾਤਸ਼ਾਹ ਨੇ ਲਿਖਿਆ ਨਾ, ਅਸੰਖ ਮਲੇਸ਼ ਮਲ ਪੱਖ ਖਾਏ। ਉਹਨਾਂ ਦੀ ਪੱਖ ਹੈ, ਉਹਨਾਂ ਦੀ ਪਿੱਖਿਆ ਕੀ ਹੈ, ਮਨੌਤ ਕੀ ਹੈ? ਸੰਗਤ ਵਿੱਚ ਝੂਠੀਆਂ ਸਾਖੀਆਂ ਬਣਾ ਕੇ ਸੁਣਾ ਦੇਣੀਆਂ, ਮਨ ਘੜਤ ਗੱਲਾਂ, ਕਲਪਨਾਇਕ ਗੱਲਾਂ ਆਪਣੇ ਕੋਲੋਂ ਬਣਾ ਬਣਾ ਕੇ ਪੇਸ਼ ਕਰ ਦੇਣੀਆਂ, ਪਰ ਉਹਦੇ ਵਿੱਚ ਨਾ ਸਤਿਪੁਰਖਾਂ ਦਾ ਵਰਤ ਲੈਣਾ, ਪਾਤਸ਼ਾਹੀਆਂ ਦਾ ਵਰਤ ਲੈਣਾ। ਔਰ ਬੰਦਾ ਜਿਹੜਾ ਆਮ ਹੈ ਉਹ ਡਰਦਾ ਬੋਲਦਾ ਨਹੀਂ, ਕਿ ਇਹਦੇ ਵਿੱਚ ਤਾਂ ਪਾਤਸ਼ਾਹ ਦਾ ਨਾਂ ਆਉਂਦਾ ਵੀ ਹੁਣ ਇਸ ਤਰ੍ਹਾਂ ਤਾਂ ਗੁਰੂ ਸਾਹਿਬ ਨੇ ਕੀਤਾ ਹੀ ਹੋਊਗਾ। ਪਾਤਸ਼ਾਹੀਆਂ ਦਾ ਨਾਂ ਲੈ ਕੇ ਜਾਂ ਗੁਰਬਾਣੀ ਦਾ ਸ਼ਬਦ ਵਰਤ ਕੇ ਉਹਨਾਂ ਤੋਂ ਲੈਣਾ ਕੀ ਹੈ ਮਾਇਆ? ਜਾਂ ਤਾਂ ਉਹਨਾਂ ਨਾਲ ਇਹ ਗੱਲ ਕਰਨ ਵੀ ਠੀਕ ਹੈ ਵੀ ਅਸੀਂ ਤੁਹਾਡੇ ਨਾਲ ਗੁਰਬਾਣੀ ਦੀ ਗੱਲ ਕੀਤੀ, ਬਸ ਠੀਕ, ਤੁਸੀਂ ਆਪਣੇ ਘਰੇ ਜਾਓ, ਗੁਰਬਾਣੀ ਦੀ ਗੱਲ ਮੰਨੋ, ਸਾਖੀ ਸੁਣਾਤੀ, ਠੀਕ ਹੈ। ਫਿਰ ਤੁਸੀਂ ਉਹਨਾਂ ਤੋਂ ਕਿਉਂ ਕੁਛ ਲੈਂਦੇ ਹੋ?
ਉਹ ਆਪਣੀ ਮਰਜ਼ੀ ਨਾਲ ਕੁਝ ਦਵੇ, ਉਹ ਗੱਲ ਵੱਖਰੀ ਹੈ, ਪਰ ਤੁਸੀਂ ਕੁਝ ਨਹੀਂ ਕਹਿ ਸਕਦੇ ਵੀ ਸਾਨੂੰ ਆ ਦਿਓ। ਤੁਸੀਂ ਪਰਮੇਸ਼ਰ ਤੋਂ ਮੰਗੋ, ਪਰ ਨਹੀਂ ਮੰਨਦੇ। ਸੋ ਮਾਇਆ ਦੀ ਪੂਰਤੀ ਲਈ ਫਿਰ ਧਰਮ ਦੀ ਗੱਲ ਕਰਨੀ, ਗੁਰਬਾਣੀ ਦੀ ਗੱਲ ਕਰਨੀ, ਇਹ ਦਰਗਾਹ ਦੇ ਵਿੱਚ ਚੰਗੀ ਨਹੀਂ ਗਣੀ ਜਾਂਦੀ। ਸੋ ਅਸਲੀ ਗੁਰਮੁਖ ਆਪਣੇ ਆਪ ਨੂੰ ਧਾਰਮਿਕ ਸੰਤ ਆਗੂ ਨਹੀਂ ਮੰਨਦਾ, ਸਗੋਂ ਦਾਸ ਬਣ ਕੇ ਰਹਿੰਦਾ ਹੈ, ਕਿਉਂਕਿ ਉਹਨੂੰ ਅਸਲ ਵਿੱਚ ਪਤਾ ਹੁੰਦਾ ਹੈ ਕਿ ਸੰਤ ਕੀ ਹੁੰਦਾ ਹੈ। ਸਭ ਤੋਂ ਸ੍ਰੇਸ਼ਟ ਆਗੂ ਹੈ ਜਿਹੜਾ, ਉਹ ਪਰਮੇਸ਼ਰ ਹੀ ਹੈ, ਹੁਕਮ ਹੀ ਹੈ। ਉਹਨਾਂ ਗੁਰਮੁਖਾਂ ਦੇ ਮੁਖੋਂ ਕੀ ਨਿਕਲਦਾ ਕਿ ਭਾਈ ਨਾਮ ਪ੍ਰਾਪਤ ਕਰੋ, ਨਾਮ ਮੰਗੋ ਪਰਮੇਸ਼ਰ ਤੋਂ, ਉਹਦੀ ਰਜ਼ਾ ਵਿੱਚ ਰਹੋ, ਉਹਦੇ ਭਾਣੇ ਵਿੱਚ ਰਹੋ, ਜੋ ਕੁਛ ਉਹਨੇ ਦਿੱਤਾ ਹੋਇਆ ਉਹਨੂੰ ਵਰਤੋ, ਉਹਦਾ ਸ਼ੁਕਰ ਕਰੋ, ਮੰਗੋ ਕੁਛ ਨਾ ਉਹ ਤੋਂ, ਜੋ ਉਹਨੇ ਦੇਤਾ ਉਹਨੂੰ ਵਰਤੋ। ਮੰਗੀ ਦਾ ਨਾਮ ਹੁੰਦਾ ਹੈ, ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ, ਹਰੀ ਦਾ ਜਸ ਮੰਗੋ, ਗੁਣ ਗਾਇਨ ਕਰੋ, ਉਹਦੀ ਰਜ਼ਾ ਨੂੰ ਪ੍ਰਵਾਨ ਕਰੋ। ਬਾਕੀ ਸਾਰਾ ਕੁਝ ਮਾਲਕ ਨੇ ਤੁਹਾਡੇ ਵਾਸਤੇ ਦਿੱਤਾ ਪਿਆ, ਵਰਤੋ। ਥੋੜਾ ਹੈਗਾ ਥੋੜਾ ਵਰਤ ਲਓ, ਬਹੁਤਾ ਹੈਗਾ ਬਹੁਤਾ ਵਰਤ ਲਓ। ਜਿਹੜੇ ਗੁਰਮੁਖਾਂ ਦੀ ਭਾਸ਼ਾ ਹੈ, ਜਿਹੜੇ ਦਰਗਾਹੀ ਪ੍ਰਵਾਨਿਤ ਗੁਰਮੁਖ ਨੇ, ਉਹ ਇਹੀ ਕੁਝ ਕਹਿੰਦੇ। ਜਿਹੜੇ ਸੰਸਾਰੀ ਲੋਕ ਨੇ, ਉਹਨਾਂ ਦੀ ਮਨੋਦਸ਼ਾ ਪਾਤਸ਼ਾਹ ਨੇ ਲਿਖਿਆ, ਕਹਿੰਦੇ ਅਸੰਖ ਮਲੇਸ਼ ਮਲ ਪੱਕ, ਅਸੰਖਾਂ ਹੀ ਮਲੇਸ਼ ਨੇ। ਕਹਾਉਂਦੇ ਆਪਣੇ ਆਪ ਨੂੰ ਉਹ ਦਰਵੇਸ਼ ਨੇ, ਪਰ ਹੈ ਮਲੇਸ਼। ਫਿਰ ਉਹ ਮਲ ਖਾਂਦੇ ਆ, ਮਾਇਆ ਦੀ ਭੁੱਖ ਉਹਨਾਂ ਦੇ ਅੰਦਰ, ਉਸੇ ਦੇ ਲਈ ਫਿਰ ਉਹ ਮੰਗਦੇ। ਉਹਨਾਂ ਦੀ ਲੈਣ ਦੇਣ ਵੀ ਮਾਇਆ ਨਾਲ ਹੀ ਸੰਬੰਧਿਤ ਹੈ। ਉਹੀ ਉਹਨਾਂ ਦੀ ਖੁਰਾਕ ਹੈ। ਜਿਹੜੀ ਗੁਰਮੁਖਾਂ ਦੀ ਖੁਰਾਕ ਕੀ ਹੈ ਕਿ ਬ੍ਰਹਮ ਗਿਆਨੀ ਕੈ ਭੋਜਨ ਗਿਆਨ, ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਸੋ ਇਹ ਗੁਰਮੁਖਾਂ ਦੀ ਗੱਲ ਹੈ। ਹੇ ਮੇਰੇ ਮਨਾ, ਉਹਨਾਂ ਸਤਿਪੁਰਖਾਂ ਦੇ ਅੱਗੇ, ਉਹਨਾਂ ਗੁਰਮੁਖਾਂ ਦੇ ਅੱਗੇ, ਗੁਰਬਾਣੀ ਦੇ ਅੱਗੇ ਇਹੀ ਹਰ ਵੇਲੇ ਬੇਨਤੀ ਕਰ ਕਿ ਹੇ ਸੱਚੇ ਪਾਤਸ਼ਾਹ, ਆਪਦੀ ਰਜ਼ਾ ਵਿੱਚ ਰੱਖ, ਆਪਦੇ ਭਾਣੇ ਵਿੱਚ ਰੱਖ, ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਹੋਵੇ। ਅਸੀਂ ਤਾਂ ਗਲਤੀ ਕਰ ਜਾਂਦੇ ਹਾਂ, ਸਾਨੂੰ ਕਿਹੜਾ ਏਡੀ ਸੋਝੀ ਹੈ। ਜਿਸ ਤੂੰ ਜਣਾਏ ਸੋਈ ਜਨ ਜਾਣਾ, ਬਸ ਤੂੰ ਆਪਣੇ ਵੱਲੋਂ ਸੋਝੀ ਕਰਵਾਈ ਚੱਲ। ਕਰਨ ਨੂੰ ਮੈਂ ਤਿਆਰ ਹਾਂ, ਕਰ ਮੈਂ ਲਊਂਗਾ, ਪਰ ਸੋਝੀ ਤੂੰ ਕਰਾ। ਚੱਲਣ ਨੂੰ ਮੈਂ ਤਿਆਰ ਹਾਂ, ਪਰ ਮੇਰੇ ਨਾਲ ਤਾਂ ਚੱਲ, ਮੇਰੇ ਨਾਲ ਚੱਲੇ, ਤੇਰੇ ਨਾਲ ਨਾਲ ਚੱਲਾਂ, ਫਿਰ ਤਾਂ ਮੈਂ ਕੁਛ ਸਫ਼ਰ ਤੈਅ ਕਰ ਸਕਦਾ। ਇਹ ਨਹੀਂ ਕਿ ਜੇ ਤੂੰ ਮੈਨੂੰ ਕਹੇ ਵੀ ਤੂੰ ਤੁਰ, ਮੈਂ ਇਕੱਲਾ ਨਹੀਂ ਤੁਰ ਸਕਦਾ, ਮੈਂ ਤਾਂ ਫਿਰ ਕਿਤੇ ਨਾ ਕਿਤੇ ਭਰਮ 'ਚ ਪੈ ਜਾਊਂਗਾ। ਸੋ ਮੇਰੀ ਬਾਂਹ ਫੜ, ਬਾਹਾਂ ਫੜ, ਠਾਕਰ ਹੋਂ ਕਿੱਦੀ, ਗੁਣ ਅਵਗੁਣ ਨਾ ਪਛਾਣੇ। ਹੇ ਸੱਚੇ ਪਾਤਸ਼ਾਹ, ਤੇਰਾ ਬੇਅੰਤ ਸ਼ੁਕਰ ਹੈ। ਅੱਜ ਦੀ ਜੋ ਵਿਚਾਰ ਸੀ ਗੁਰ ਕਿਰਪਾ ਦੁਆਰਾ ਇੱਥੋਂ ਤੱਕ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।